ਦੋਸਤੋ ਤੁਸੀਂ ਜੁੜੇ ਹੋਏ ਹੋ ਫਰੀਦਕੋਟ ਖਬਰਨਾਮਾ ਦੇ ਨਾਲ। ਅੱਜ ਦੇ ਬਲੌਗ ਸੈਕਸ਼ਨ ਦੇ ਵਿੱਚ ਅਸੀਂ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਮੈਕਸ ਸੁਪਰ ਸਪੈਸ਼ਲਿਸਟ ਹਸਪਤਾਲ ਬਠਿੰਡਾ ਦੇ ਮਾਹਰ ਡਾਕਟਰ ਅੱਜ ਫਰੀਦਕੋਟ ਪਹੁੰਚੇ ਸੀਗੇ। ਉਹਨਾਂ ਵੱਲੋਂ ਦਿਲ ਅਤੇ ਦਿਮਾਗ, ਕਿਉਂਕਿ ਪਿਛਲੇ ਦਿਨ ਦੇਖਿਆ ਗਿਆ ਕਿ ਦਿਲ ਦੇ ਦੌਰੇ ਪੈਣ ਕਾਰਨ ਕਾਫੀ ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਮੌਤ ਹੋਣ ਦੇ ਸਮਾਚਾਰ ਸਾਹਮਣੇ ਆਏ ਸੀ। ਬਠਿੰਡਾ ਦੇ ਮੈਕਸ ਹਸਪੀਟਲ ਦੇ ਡਾਕਟਰ ਅੱਜ ਇੱਥੇ ਫਰੀਦਕੋਟ ਪਹੁੰਚੇ ਸੀਗੇ। ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਇਸ ਪ੍ਰੈਸ ਵਾਰਤਾ ਦੇ ਵਿੱਚ ਡਾਕਟਰ ਰੋਹਿਤ ਮੋਦੀ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ, ਉਹਨਾਂ ਨੇ ਜਿਹੜੀਆਂ ਹੈਗੀਆਂ ਦਿਲ ਦੀਆਂ ਸਮੱਸਿਆਵਾਂ ਅਤੇ ਨਾਲ ਹੀ ਮੈਕਸ ਹਸਪੀਟਲ ਦੇ ਵਿੱਚ ਉਹਨਾਂ ਵੱਲੋਂ ਜੋ ਪ੍ਰਬੰਧ ਕੀਤੇ ਗਏ ਨੇ ਲੋਕਾਂ ਲਈ, ਉਹਨਾਂ ਬਾਰੇ ਅੱਜ ਪੂਰੀ ਜਾਣਕਾਰੀ ਦੱਸੀ ਤੇ ਉਹਨਾਂ ਦੱਸਿਆ ਵੀ ਕਿਵੇਂ ਜਿਹੜਾ ਹੈਗਾ ਇਹ ਬਿਮਾਰੀ ਹੁੰਦੀ ਹੈ, ਇਹਦੇ ਲੱਛਣ ਕੀ ਹੈ, ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਅਤੇ ਜੇਕਰ ਤੁਹਾਨੂੰ ਨੇੜੇ ਦੇ ਹਸਪਤਾਲ ਦੀ ਜ਼ਰੂਰਤ ਹੈ ਤਾਂ ਤੁਸੀਂ ਬਠਿੰਡੇ ਮੈਕਸ ਹਸਪੀਟਲ ਦੇ ਵਿੱਚ ਪਹੁੰਚ ਕੇ ਆਪਦਾ ਜਿਹੜਾ ਹੈਗਾ ਸਮੇਂ ਸਿਰ ਤੁਸੀਂ ਇਲਾਜ ਕਰਾ ਸਕਦੇ ਹੋ। ਅਤੇ ਆਓ ਫਿਰ ਤੁਹਾਨੂੰ ਦਿੰਦੇ ਹਾਂ ਜਾਣਕਾਰੀ। ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ, ਕਿਉਂਕਿ ਪਿਛਲੇ ਦਿਨ ਹੀ ਵੇਖਿਆ ਗਿਆ ਕਿ ਵਿਦੇਸ਼ਾਂ ਵਿੱਚ ਜੋ ਨੌਜਵਾਨ ਗਏ ਹਨ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਜਿਹੜੀਆਂ ਮੌਤਾਂ ਹੋਈਆਂ ਦਿਲ ਦਾ ਦੌਰਾ ਪੈਣ ਕਾਰਨ, ਅਤੇ ਉਸ ਸਾਰੇ ਬਾਰੇ ਅੱਜ ਉਹਨਾਂ ਨੇ ਖੁੱਲ੍ਹ ਕੇ ਦੱਸਿਆ ਵੀ ਕੀ ਕਾਰਨ ਹੈ। ਅਤੇ ਆਜੋ ਫਿਰ ਚੱਲਦੇ ਹਾਂ, ਆਪਾਂ ਸੁਣਦੇ ਹਾਂ ਡਾਕਟਰ ਸਾਹਿਬ ਨੇ ਕੀ ਹੋਰ ਗੱਲਬਾਤ ਨਾਲ ਦੱਸਿਆ। ਅਤੇ ਸਾਡੇ ਇਸ ਬਲੌਗ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਤੁਹਾਡੀ ਸਿਹਤ ਨਾਲ ਸੰਬੰਧਿਤ ਹੈ। ਅਤੇ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਪਹਿਲੇ ਬਲੌਗਾਂ ਨੂੰ ਵੀ ਪਸੰਦ ਕੀਤਾ ਅਤੇ ਅੱਜ ਦੇ ਇਸ ਬਲੌਗ ਨੂੰ ਵੀ ਤੁਸੀਂ ਪਸੰਦ ਕਰੋਗੇ। ਐਵਰੀਬਾਡੀ, ਅਸੀਂ ਇੱਥੇ ਅੱਜ ਇਕੱਠੇ ਹੋਏ ਹਾਂ। ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹਦਾ ਸਾਡਾ ਹਮੇਸ਼ਾ ਮੰਤਵ ਇਹਨਾਂ ਚੀਜ਼ਾਂ ਕਰਨ ਦਾ ਹੁੰਦਾ ਹੈ, ਲੋਕਾਂ ਨੂੰ ਜਾਗਰੂਕ ਕਰਨਾ। ਇਹ ਜਾਗਰੂਕਤਾ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਜਿੰਨਾ ਵੀ ਤੁਹਾਨੂੰ ਦੇ ਸਕਦੇ ਹਾਂ ਆਪਣੀ ਤਰਫ ਦੇ ਵਿਚਾਰ। ਇੱਕ ਤਾਂ ਇਹ ਹੈ ਕਿ ਜਿਹੜੇ ਹਾਰਟ ਦੀਆਂ ਪ੍ਰੋਬਲਮਸ, ਸਾਨੂੰ ਪਤਾ ਹੈ ਕਿ ਸਾਰੀਆਂ ਹਾਰਟ ਦੀ ਪ੍ਰੋਬਲਮ ਲੈ ਲਓ ਜਾਂ ਸਟ੍ਰੋਕ ਲੈ ਲਓ ਜਾਂ ਕਿਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਡਿਜ਼ੀਜ਼ ਜਿਹੜੀਆਂ ਹੁੰਦੀਆਂ, ਇਹ ਬੇਸਿਕਲੀ ਲਾਈਫ ਸਟਾਈਲ ਪ੍ਰੋਬਲਮਸ ਹੀ ਹੁੰਦੀਆਂ ਹੈ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਟੈਂਡੈਂਸੀ ਜ਼ਿਆਦਾ ਰਹਿੰਦੀ ਹੈ ਹਾਰਟ ਅਟੈਕ ਦੀ ਜਾਂ ਐਮਰਜੈਂਸੀ। ਜਿੰਨੀ ਵੀ ਹਾਰਟ ਦੀਆਂ ਪ੍ਰੋਬਲਮਸ ਹੈ, ਸਰਦੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਇਹਨਾਂ ਦਾ ਜਿਹੜਾ ਹੈ ਹਾਰਟ ਦੀਆਂ ਪ੍ਰੋਬਲਮਸ ਵੱਧ ਜਾਂਦੀਆਂ ਹਨ। ਐਮਰਜੈਂਸੀ ਜਿਹੜੀ ਹਾਰਟ ਦੀ ਪ੍ਰੋਬਲਮ ਹੈ, ਜਿਹੜੀ ਸਟੇਬਲ ਵੀ ਹੁੰਦੀ ਹੈ, ਉਹ ਵੀ ਐਮਰਜੈਂਸੀ ਦਾ ਰੂਪ ਅਖਤਿਆਰ ਕਰ ਲੈਂਦੀ ਹੈ। ਬਹੁਤ ਸਾਰੇ ਮਰੀਜ਼ ਹਾਰਟ ਅਟੈਕ ਲੈ ਕੇ ਆਉਂਦੇ ਹਨ। ਬਹੁਤ ਸਾਰੇ ਮਰੀਜ਼ਾਂ ਦੇ ਸਾਹ ਜਿਸ ਤਰ੍ਹਾਂ ਫੁੱਲ ਜਾਂਦੇ ਹਨ, ਐਕਿਊਟ LVF ਹੋ ਜਾਂਦਾ ਹੈ। ਜਦੋਂ ਜਿਹੜਾ ਸਟੇਬਲ ਮਰੀਜ਼ ਹੁੰਦਾ ਹੈ ਉਹ ਵੀ ਅਨਸਟੇਬਲ ਹੋ ਜਾਂਦਾ ਹੈ। ਜਿਹੜੇ ਕੰਜਸਟਿਵ ਹਾਰਟ ਫੇਲੀਅਰ ਦੇ ਮਰੀਜ਼ ਹੁੰਦੇ ਹਨ, ਉਹ ਜਿਹੜੇ ਕਰੋਨਿਕ ਚੱਲ ਰਹੇ ਹੁੰਦੇ ਹਨ, ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੀ ਜ਼ਰੂਰਤ ਪੈ ਜਾਂਦੀ ਹੈ। ਤਾਂ ਇਹ ਸਾਰਾ ਚੀਜ਼ਾਂ ਅਸੀਂ ਸਰਦੀ ਵਿੱਚ ਦੇਖਦੇ ਹਾਂ। ਐਕਿਊਟ ਹਾਰਟ ਅਟੈਕ, ਐਕਿਊਟ ਸਟ੍ਰੋਕ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵੱਧ ਜਾਂਦੀਆਂ ਹਨ। ਮੈਂ ਇਹ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਕਿ ਜਿਹੜੀਆਂ ਸੁਵਿਧਾਵਾਂ ਹੈਗੀਆਂ, ਜਿੱਥੇ ਤੱਕ ਦੇਖਿਆ ਜਾਵੇ, ਜਿਹੜਾ ਬਠਿੰਡਾ ਰੀਜਨ ਹੈ ਉਹਦੇ ਵਿੱਚ ਸਾਡੇ ਮੈਕਸ ਹਸਪੀਟਲ ਨੇ ਬਹੁਤ ਸਾਰੀਆਂ ਅੱਛੀਆਂ ਸੁਵਿਧਾਵਾਂ ਪੇਸ਼ ਕੀਤੀਆਂ ਹਨ। ਖਾਸ ਕਰਕੇ ਸਾਡੇ ਹਾਰਟ ਦੇ ਡਿਪਾਰਟਮੈਂਟ 'ਚ ਅਤੇ ਨਿਊਰੋਲੋਜੀ ਡਿਪਾਰਟਮੈਂਟ ਦੇ ਵਿੱਚ। ਉਹਦੇ ਵਿੱਚ ਹੁਣ ਨੂੰ ਮਰੀਜ਼ ਨੂੰ ਕਿਤੇ ਦਿੱਲੀ ਜਾਣ ਦੀ ਜ਼ਰੂਰਤ ਜਾਂ ਕਿਤੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਮੈਂ ਦੇਖਿਆ ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਜਦੋਂ ਮਰੀਜ਼ ਦੇ ਮਨ 'ਚ ਹੁੰਦਾ ਹੈ, ਸ਼ਾਇਦ ਵਹਿਮ ਹੁੰਦਾ ਹੈ ਕਿ ਇੱਥੇ ਪਤਾ ਨਹੀਂ ਸੁਵਿਧਾ ਹੈ ਕਿ ਨਹੀਂ ਹੈ, ਮੈਂ ਦਿੱਲੀ ਵੱਲ ਨੂੰ ਹੋ ਲੈਂਦਾ, ਮੈਂ ਚੰਡੀਗੜ੍ਹ ਵੱਲ ਨੂੰ ਹੋ ਲੈਂਦਾ। ਰਸਤੇ ਵਿੱਚ ਮਰੀਜ਼ ਦਾ ਸਰੀਰ ਜਿਹੜਾ ਹੈ ਉਹਨੂੰ ਝੇਲ ਨਹੀਂ ਪਾਉਂਦਾ, ਰਸਤੇ 'ਚ ਅਣਹੋਣੀ ਹੋ ਜਾਂਦੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਜਿਹੜੀ ਕਿ ਬਚਾਈ ਜਾ ਸਕਦੀ ਹੈ। ਅਤੇ ਮੇਰੀ ਇਹੀ ਸਭ ਨੂੰ ਇਹ ਇੱਕ ਰਿਕੁਐਸਟ ਹੈ ਕਿ ਜਿਹੜੀਆਂ ਸੁਵਿਧਾਵਾਂ ਦਿੱਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉਸ ਤੋਂ ਵੀ ਵਧੀਆ ਸੁਵਿਧਾਵਾਂ ਅਸੀਂ ਇੱਥੇ ਤੁਹਾਨੂੰ ਬਠਿੰਡੇ ਵਿੱਚ ਦੇ ਰਹੇ ਹਾਂ। ਤੁਸੀਂ ਇੱਕ ਵਾਰ ਆਓਗੇ ਤਾਂ ਤੁਹਾਨੂੰ ਸਭ ਪਤਾ ਲੱਗ ਜਾਏਗਾ, ਔਰ ਰਿਜ਼ਲਟਸ ਹੀ ਸਭ ਕੁਛ ਬੋਲਦੇ ਆ, ਅਤੇ ਉਹਦੇ ਨਾਲ ਤੁਹਾਨੂੰ ਆਪੇ ਜਿਹੜੀ ਹੈ ਸੈਟਿਸਫੈਕਸ਼ਨ ਦਾ ਅੰਦਾਜ਼ਾ ਹੋ ਜਾਏਗਾ। ਇਸ ਕਰਕੇ
ਜਦੋਂ ਵੀ ਕਿਸੇ ਕੋਈ ਐਮਰਜੈਂਸੀ ਸਿਚੁਏਸ਼ਨ ਆਉਂਦੀ ਹੈ, ਜਿਵੇਂ ਹਾਰਟ ਅਟੈਕ ਹੁੰਦਾ ਹੈ ਜਾਂ ਸਟ੍ਰੋਕ ਹੁੰਦਾ ਹੈ, ਉਸ ਸਮੇਂ ਟਾਈਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਜਿਹੜੀ ਵੀ ਇਲਾਜ ਜਿਹੜਾ ਹੈ ਜਿੰਨਾ ਜਲਦੀ ਕਰ ਦਿੱਤਾ ਜਾਵੇ ਉਨਾ ਹੀ ਰਿਜ਼ਲਟ ਚੰਗੇ ਆਉਂਦੇ ਹਨ। ਅਤੇ ਬਹੁਤ ਸਾਰੀਆਂ ਜਾਨਾਂ ਅਸੀਂ ਇਸ ਤਰ੍ਹਾਂ ਇਕੱਠੇ ਮਿਲ ਕੇ ਇੱਕ ਦੂਜੇ ਦੀ ਉੱਤੇ ਯਕੀਨ ਕਰਕੇ ਅਸੀਂ ਬਚਾ ਸਕਦੇ ਹਾਂ। ਗੱਲ ਸਿਰਫ ਇੰਨੀ ਹੈ ਕਿ ਸਾਨੂੰ ਆਪਣੇ ਆਪ 'ਤੇ ਯਕੀਨ, ਕਿਉਂਕਿ ਇਹ ਤੁਹਾਡਾ ਹਸਪਤਾਲ ਤੁਹਾਡਾ ਆਪਣਾ ਘਰ ਵਰਗਾ ਹੈ, ਤੁਹਾਡਾ ਆਪਣਾ ਹਸਪਤਾਲ ਹੈ, ਔਰ ਇਹ ਤੁਹਾਡੀ ਆਪਣੀ ਵਿਸਿਨਿਟੀ 'ਚ ਲੱਗਦਾ ਹੈ। ਉਹ ਘਰ ਦੀ, ਜਿਵੇਂ ਕਹਿੰਦੇ ਆ ਨਾ ਕਿ ਘਰ ਦੀ ਮੁਰਗੀ ਜਿਹੜੀ ਕਹਿੰਦੇ ਜੀ ਦਾਲ ਬਰਾਬਰ ਲੱਗਦੀ ਹੈ, ਅਤੇ ਉਹ ਚੀਜ਼ ਨਾ ਸੋਚਿਆ ਜਾਵੇ। ਇੱਥੇ ਸਭ ਸੁਵਿਧਾਵਾਂ ਅਵੇਲੇਬਲ ਹਨ, ਸਭ ਇਲਾਜ ਵਧੀਆ ਕੀਤੇ ਜਾਂਦੇ ਹਨ, ਬਹੁਤ ਇੰਟੈਲੀਜੈਂਟ ਕੰਸਲਟੈਂਟਸ ਸਾਰੇ ਡਿਪਾਰਟਮੈਂਟਸ ਦੇ ਹਨ। ਅਤੇ ਅਸੀਂ ਨਵੀਆਂ ਚੀਜ਼ਾਂ ਇੱਥੇ ਸ਼ੁਰੂ ਕੀਤੀਆਂ, ਜਿਵੇਂ ਕਿ ਅਸੀਂ ਇੱਥੇ ਖਾਸ ਕਰਕੇ ਇੰਟਰਨੈਸ਼ਨਲ ਕਾਰਡੀਓਲੋਜੀ ਦੇ ਵਿੱਚ ਇਹੋ ਜਿਹੀਆਂ ਸੁਵਿਧਾਵਾਂ ਪੂਰੇ ਵਰਲਡ ਦੇ ਵਿੱਚ ਅਵੇਲੇਬਲ ਨਹੀਂ ਹੈ ਜਿਹੜੀ ਸਾਡੇ ਇੱਥੇ ਅਵੇਲੇਬਲ ਹਨ, ਉਹਨਾਂ ਵਿੱਚੋਂ ਅਸੀਂ ਕੁਝ ਸਪੋਰਟਸ ਹੈ, ਐਕਮੋ ਸਪੋਰਟਸ ਆਪਾਂ ਪਹਿਲਾਂ ਕਰਦੇ ਸੀ। ਹੁਣੇ ਇੱਕ ਪੇਸ਼ੈਂਟ ਅਸੀਂ ਕੀਤਾ ਹੈ ਜਿਹੜਾ ਕਿ ਇੱਕ ਇੰਪੈਲਾ ਸਪੋਰਟ ਦੇ ਨਾਲ ਕੀਤਾ ਹੈ, ਜਿਹੜਾ ਕਿ ਮੇਰੇ ਖਿਆਲ ਵਰਲਡ ਦੇ ਵਿੱਚ ਨਵੀਂ ਸੁਵਿਧਾ ਹਾਲੇ ਉਪਲਬਧ ਹੋਈ ਹੈ, ਜਿਹੜੀ ਅਸੀਂ ਆਪਣੇ ਇੱਕ ਮਰੀਜ਼ ਨੂੰ ਕਰਕੇ ਅਸੀਂ ਉਹਨੂੰ ਬਚਾਇਆ ਵੀ ਹੈ। ਉਹ ਮਰੀਜ਼ ਵੀ ਅਸੀਂ ਉਸ ਬਾਰੇ ਵੀ ਕਦੀ ਤੁਹਾਡੇ ਨਾਲ ਚਰਚਾ ਕਰਾਂਗੇ, ਉਹਦੇ ਵਿੱਚ ਵੀ ਅਸੀਂ ਉਹ ਮਰੀਜ਼ ਨੂੰ ਬਚਾਇਆ ਹੈ। ਤਾਂ ਇਸ ਤਰ੍ਹਾਂ ਦੀਆਂ ਸਾਡੇ ਕੋਲ ਲੇਟੈਸਟ ਸੁਵਿਧਾਵਾਂ ਜਿਹੜੀਆਂ ਹੈ ਅਵੇਲੇਬਲ ਹਨ। ਯਕੀਨ ਰੱਖੋ, ਸਾਡੇ ਨਾਲ ਚੱਲੋ, ਆਓ, ਔਰ ਤੁਹਾਨੂੰ ਪਤਾ ਚੱਲੇਗਾ। ਸਰ, ਇੱਕ ਤਾਂ ਜਿਹੜੇ ਲੱਛਣ ਕੀ ਹੁੰਦੇ ਆ ਅਟੈਕ ਦੇ, ਪਲੱਸ ਫਸਟ ਏਡ ਅਸੀਂ ਕੀ ਦੇ ਸਕਦੇ ਹਾਂ ਮਰੀਜ਼ ਨੂੰ? ਜਦੋਂ ਵੀ ਹਾਰਟ ਅਟੈਕ ਕਿਸੇ ਮਰੀਜ਼ ਨੂੰ ਹੁੰਦਾ ਹੈ, ਤੁਹਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਸਭ ਨੂੰ ਪਤਾ ਹੈ ਕਿ ਚੈਸਟ ਪੇਨ, ਛਾਤੀ ਦਾ ਦਰਦ, ਇਹ ਇੱਕ ਸਿਨੋਮ ਮੰਨਿਆ ਜਾਂਦਾ ਹੈ ਕਿ ਵੀ ਹਾਰਟ ਦੀ ਪ੍ਰੋਬਲਮ ਹੋਈ ਤਾਂ ਛਾਤੀ 'ਚ ਦਰਦ ਹੋਇਆ। ਪਰ ਇਹ ਗੱਲ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਛਾਤੀ 'ਚ ਦਰਦ ਜਿਹੜਾ ਹੈ, ਅਗਰ ਹਾਰਟ ਅਟੈਕ ਹੋਵੇ ਤਾਂ 30 ਤੋਂ 40% ਕੇਸਿਸ 'ਚ ਹੁੰਦਾ ਹੈ। ਬਹੁਤ ਸਾਰੇ ਮਰੀਜ਼ ਇਸ ਨੂੰ ਛਾਤੀ ਦਾ ਦਰਦ ਨਹੀਂ ਸਮਝਦੇ, ਕੁਝ ਦਬਾਅ ਸਮਝਦੇ ਹਨ, ਕੁਝ ਜਿਵੇਂ ਸਮਝਦੇ ਹਨ ਕਿ ਜਿਵੇਂ ਐਸੀਡਿਟੀ ਹੋ ਗਈ, ਜਾਂ ਕੁਝ ਸਮਝਦੇ ਹਨ ਕਿ ਵੈਸੇ ਹੀ ਮੇਰਾ ਮਨ ਘਬਰਾ ਰਿਹਾ ਹੈ। ਅਤੇ ਉਹ ਸਭ ਇਨਸਾਨ ਦੇ ਸੋਚਣ ਦਾ ਤਰੀਕਾ ਅਤੇ ਉਹਦੇ ਸਮਝਣ ਦੇ ਵਿੱਚ ਕਾਫੀ ਫਰਕ ਪੈ ਜਾਂਦਾ ਹੈ। ਕੋਈ ਲੋਕ ਕਹਿੰਦਾ ਹੈ ਮੇਰਾ ਸਾਹ ਫੁੱਲ ਰਿਹਾ ਹੈ, ਕੋਈ ਦਬਾਅ ਕਹਿੰਦਾ ਹੈ, ਕੋਈ ਉਹਨੂੰ ਖਿੱਚ ਕਹਿੰਦਾ ਹੈ, ਕੋਈ ਉਹਨੂੰ ਚੁਬਕ ਕਹਿੰਦਾ ਹੈ। ਅਤੇ ਇਸ ਤਰ੍ਹਾਂ ਦੀ ਜਿੰਨੇ ਵੀ ਅਨਯੂਜੂਅਲ ਸਿੰਪਟਮਸ ਜਦੋਂ ਹੁੰਦੇ ਹਨ ਤਾਂ ਸਾਨੂੰ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜਿਹੜੇ ਅਨਯੂਜੂਅਲ ਸਿੰਪਟਮ, ਕਈ ਵਾਰ ਜਿਹੜੀ ਹਾਰਟ ਦੀ ਪੇਨ ਜਾਂ ਜੋ ਸੋ ਕਾਲਡ ਜਿਹੜਾ ਸਾਹ ਫੁੱਲਣਾ ਜਾਂ ਜੋ ਦਬਾਅ ਹੈ, ਉਹ ਕਈ ਵਾਰ ਥੋੜ੍ਹੇ ਸਮੇਂ ਲਈ ਰਹਿੰਦਾ ਹੈ ਕਿ ਮਰੀਜ਼ ਭੁੱਲ ਜਾਂਦਾ ਹੈ ਕਿ 5 ਮਿੰਟ 'ਚ ਹੋਇਆ, ਉਹਦੇ ਜੇ 5 ਮਿੰਟ ਹੋਇਆ ਸੀ ਫਿਰ ਠੀਕ ਹੋ ਗਿਆ। ਅਤੇ ਉਹ ਜਿਹੜੀ ਚੀਜ਼ ਹੈ, ਅਗਰ ਇਨਸਾਨ ਨੂੰ ਥੋੜ੍ਹੇ ਸਮੇਂ ਲਈ ਵੀ ਹੁੰਦੀ ਹੈ, ਉਹਦੇ ਵਿੱਚ ਥੋੜ੍ਹਾ ਹੋ ਸਕਦਾ ਹੈ ਉਹ ਹਾਰਟ ਦੀ ਪ੍ਰੋਬਲਮ, ਕਿਉਂਕਿ ਬਹੁਤ ਸਾਰੇ ਮਰੀਜ਼ ਅਸੀਂ ਰੋਜ਼ ਦੇਖਦੇ ਹਾਂ ਜਿਹੜੇ ਆ ਤਾਂ ਜਾਂਦੇ ਆ ਚੈੱਕ ਕਰਾਉਣ, ਪਰ ਉਹਨਾਂ ਦਾ ਮਨ ਕਨਵਿੰਸ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਤਕਲੀਫ ਚੰਗੀ ਤਰ੍ਹਾਂ ਹੋਈ ਨਹੀਂ ਹੁੰਦੀ। ਉਹ ਜਸਟ ਇੱਕ ਇਸ਼ਾਰਾ ਹੋਇਆ ਹੁੰਦਾ ਹੈ। ਜਦੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਸ਼ਾਰਾ ਵੀ ਹੋਇਆ ਹੁੰਦਾ ਹੈ, ਉਹਨੂੰ ਵੀ ਇਗਨੋਰ ਨਹੀਂ ਕਰਨਾ ਚਾਹੀਦਾ, ਉਹਨੂੰ ਵੀ ਜਾਂਚ ਉਸ ਸਮੇਂ ਕਰਾ ਲੈਣੀ ਚਾਹੀਦੀ ਹੈ। ਕਈ ਬੰਦਿਆਂ ਦੇ ਖੱਬੇ ਪਾਸੇ ਬਾਂਹ 'ਚ ਦਰਦ ਹੁੰਦਾ, ਉਹ ਕਹਿੰਦੇ ਵੀ ਇਹ ਜਿਹੜੀ ਛਾਤੀ ਦਾ ਦਰਦ ਹੈ, ਉਹ ਟਿਪੀਕਲੀ ਜਿਹੜਾ ਐਂਜਾਈਨਾ ਜਿਹਨੂੰ ਬੋਲਦੇ ਆ, ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਉਹ ਦੋਨੋਂ ਬਾਹਾਂ ਦੇ ਵਿੱਚ ਜਾ ਸਕਦਾ ਹੈ, ਜੌਜ਼ ਦੇ ਵਿੱਚ ਜਾ ਸਕਦਾ ਹੈ, ਬੈਕ ਦੇ ਵਿੱਚ ਜਾ ਸਕਦਾ ਹੈ, ਅੱਪਰ ਪਾਰਟ ਆਫ ਐਬਡੋਮਨ ਦੇ ਵਿੱਚ ਵੀ ਜਾ ਸਕਦਾ ਹੈ। ਅਤੇ ਇਹ ਸਾਰੀਆਂ ਹੁੰਦੀਆਂ। ਇਹਦੇ ਨਾਲ ਤੁਹਾਨੂੰ ਸਵੈਟਿੰਗ ਵੀ ਹੋ ਸਕਦੀ ਹੈ, ਵੋਮਿਟਿੰਗ ਵੀ ਹੋ ਸਕਦੀ ਹੈ। ਕਈ ਮਰੀਜ਼ਾਂ ਨੂੰ ਵੋਮਿਟਿੰਗ ਹੁੰਦੀ ਹੈ, ਉਹ ਸਮਝਦੇ ਜੀ ਸਰ ਮੇਰਾ ਜੀ ਪੇਟ ਖਰਾਬ ਹੋ ਗਿਆ, ਮੈਂ ਕੱਲ੍ਹ ਖਾ ਲਿਆ ਸੀ, ਇਹ ਖਾ ਲਿਆ, ਸਾਗ ਖਾ ਲਿਆ ਸੀ। ਬਸ ਆਮ ਪਬਲਿਕ ਲਈ ਕੀ ਫੈਸਿਲਿਟੀਜ਼ ਹੈ? ਜਿਵੇਂ ਆਮ ਲੋਕ ਡਰਦੇ ਆ ਪ੍ਰਾਈਵੇਟ ਹਸਪੀਟਲਾਂ ਜਾਣ 'ਚ, ਜ਼ਿਆਦਾ ਪੀਜੀਆਈ ਨੂੰ ਜਾਂ ਕੋਈ ਸਰਕਾਰੀ ਅਦਾਰਿਆਂ ਨੂੰ, ਮੈਡੀਕਲ ਨੂੰ ਪ੍ਰੈਫਰੈਂਸ ਦਿੰਦੇ ਆ, ਵੀ ਜਿਹੜੇ ਆਮ ਲੋਕ ਹੈ ਜਿੰਨਾ ਕੁ ਅਫੋਰਡ ਨਹੀਂ ਕਰਦੇ, ਹਸਪੀਟਲ ਵੱਲੋਂ ਤੁਹਾਡੇ ਕੀ ਉਹਨਾਂ ਨੂੰ ਫੈਸਿਲਿਟੀ ਮਿਲ ਸਕਦੀ ਹੈ? ਕੀ ਉਹਨਾਂ ਨੂੰ ਦੇਖੋ, ਇਸ ਤਰ੍ਹਾਂ ਹੈ, ਹੁੰਦਾ ਤਾਂ ਹੈ ਹੀ ਹੈ, ਕਿਉਂਕਿ ਕਾਰਪੋਰੇਟ ਦੇ ਆਪਣਾ ਇੱਕ ਹਸਪੀਟਲ ਚਲਾਉਣਾ ਹੈ, ਉਹਦੇ ਆਪਣੇ ਖਰਚੇ ਹੈ, ਉਹ ਸਭ ਖਰਚੇ ਵਗੈਰਾ ਜੋ ਵੀ ਹੈ ਉਹ ਉਹਨਾਂ ਨੂੰ ਕਿਸੇ ਤਰੀਕੇ ਨਾਲ ਪੂਰੇ ਕਰਨੇ ਪੈਂਦੇ ਹਨ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਅਸੀਂ ਰੇਟ ਪੀਜੀਆਈ ਦੇ ਹਿਸਾਬ ਨਾਲ ਰੱਖਦੇ, ਕਿਉਂਕਿ ਉਹ ਸਰਕਾਰੀ ਸੰਸਥਾਵਾਂ ਹੈ, ਸਰਕਾਰ ਨਾਲ ਏਡਿਡ ਹੁੰਦੀਆਂ ਹਨ। ਪਰ ਇਹ ਜ਼ਰੂਰ ਹੈ ਕਿ ਜਿਹੜੀ ਇੱਕ ਕੇਅਰ ਹੈ ਉਹ ਅਸੀਂ ਡੈਫੀਨੇਟਲੀ ਕਹਿ ਸਕਦੇ ਹਾਂ ਕਿ ਬੈਟਰ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਸੇ ਵੀ ਓਵਰ ਕਰਾਊਡਡ ਹਸਪਤਾਲ ਹੁੰਦੇ ਹਨ, ਡਾਕਟਰ ਹੁੰਦੇ ਹਨ, ਅੱਛੇ ਵੀ ਹੁੰਦੇ ਹਨ, ਪਰ ਉਹ ਇੰਨੀ ਤਵੱਜੋ ਨਹੀਂ ਦੇ ਸਕਦੇ ਜਿੱਦਾਂ ਇੱਥੇ। ਇੱਕ ਤੁਸੀਂ ਯਕੀਨ ਮੰਨੋਗੇ, ਇੱਕ ਮਰੀਜ਼ ਜਿਹੜਾ ਆ ਜਾਂਦਾ ਹੈ, ਉਹਦੇ ਵਿੱਚ ਈਵਨ ਜਿਹੜਾ ਸੀਨੀਅਰ ਤੋਂ ਸੀਨੀਅਰ ਮੋਸਟ ਡਾਕਟਰ ਹੈ, ਉਹ ਰਾਤ ਨੂੰ ਬੈਠ ਕੇ ਮਰੀਜ਼ ਨੂੰ
ਟਰੀਟ ਕਰਦਾ ਹੈ। ਇਸ ਤਰ੍ਹਾਂ ਦੀ ਸਥਿਤੀ PGI ਦੇ ਵਿੱਚ ਜਾਂ ਕਿਤੇ ਵੀ ਸਰਕਾਰੀ ਅਦਾਰਿਆਂ 'ਚ, ਮੈਂ ਕੋਈ ਉਹਨਾਂ ਨੂੰ ਬਲੇਮ ਨਹੀਂ ਕਰ ਰਿਹਾ, ਬੱਚੇ ਇਸ ਇਹ ਕਹਿ ਰਿਹਾ ਕਿ ਉਹਨਾਂ ਦੀ ਪੋਸੀਬਲ ਹੀ ਨਹੀਂ ਹੈ ਇਸ ਤਰ੍ਹਾਂ ਇੰਨਾ ਜਿਹੜੀ ਕੇਅਰ ਇੱਥੇ ਕੀਤੀ ਜਾ ਸਕਦੀ ਹੈ, ਉਹ ਕੇਅਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਬਾਕੀ ਰਹੀ ਪੈਸੇ ਦੀ ਗੱਲ, ਫਿਰ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਲੋਕ ਗਰੀਬ ਹੁੰਦੇ ਹਨ ਜਿਹੜੇ ਨਹੀਂ ਅਫੋਰਡ ਕਰ ਸਕਦੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਦੇ ਨਾਲ, ਤਾਂ ਕਿ ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਉਹਨਾਂ ਦਾ ਇਲਾਜ ਕਰਕੇ ਭੇਜੀਏ। ਹਾਲਾਂਕਿ ਸਾਡੇ ਰੇਟ ਫਿਕਸਡ ਹੁੰਦੇ ਹਨ, ਅਸੀਂ ਜ਼ਿਆਦਾ ਚੇਂਜ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਆਪਣੇ ਵੱਲੋਂ ਜੋ ਵੀ ਹੋ ਸਕਦਾ ਹੈ। ਜਿਵੇਂ ਕਿ ਸਰਕਾਰੀ ਯੋਜਨਾਵਾਂ ਚੱਲਦੀਆਂ, ਜਿਵੇਂ ਆਯੁਸ਼ਮਾਨ ਹੈ ਜਾਂ ਕੋਈ ਹੋਰ ਇੱਦਾਂ ਦੀ, ਇਹ ਕੀ ਤੁਹਾਡੇ ਹਸਪੀਟਲ 'ਚ ਫੈਸਿਲਿਟੀ ਹੈ? ਸਾਡੇ ਹਸਪੀਟਲ 'ਚ ਸਾਰੇ ਇੰਸ਼ੋਰੈਂਸ ਕੰਪਨੀਜ਼ ਦੀ ਸਾਰੀ ਫੈਸਿਲਿਟੀ ਹੈ, TPAs ਵਗੈਰਾ ਹੈਗੇ ਆ, ਔਰ ਜਿਹੜੀਆਂ ਜਿਸ ਤਰ੍ਹਾਂ ECHS ਹੈ, ਫੌਜੀਆਂ ਦੇ ਵਾਸਤੇ ਜਿਹੜੀ ਸਰਕਾਰੀ ਸਹੂਲਤ ਦਿੱਤੀ ਜਾਂਦੀ ਹੈ, ਫ੍ਰੀ 'ਚ ਕੀਤਾ ਜਾਂਦਾ ਹੈ। ਇੰਸ਼ੋਰੈਂਸ ਕੰਪਨੀਜ਼ ਦਾ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀਆਂ ਆਯੁਸ਼ਮਾਨ ਸੇਵਾਵਾਂ ਹਾਲੇ ਤੱਕ ਸਾਡੇ ਨਹੀਂ ਸ਼ੁਰੂ ਹੋਈਆਂ, ਕਿਉਂਕਿ ਪਿੱਛੇ ਪੰਜਾਬ 'ਚ ਸਾਰੇ ਹੀ ਬੰਦ ਰਹੀਆਂ ਸੀ, ਸਾਡੇ ਵੀ ਸ਼ੁਰੂ ਨਹੀਂ ਕੀਤੀਆਂ ਗਈਆਂ ਕਿਉਂਕਿ ਪਿੱਛੇ ਪੇਮੈਂਟਸ ਹੀ ਨਹੀਂ ਹੋਈਆਂ ਸੀ ਇਹਨਾਂ ਦੀ। ਹਾਂ, ਦੁਬਾਰਾ ਸ਼ੁਰੂ ਹੋ ਗਈਆਂ, ਪਰ ਸਾਡੇ ਹਾਲੇ ਨਹੀਂ ਸ਼ੁਰੂ ਹੋਈ ਕਿਉਂਕਿ ਪੇਮੈਂਟਸ, ਕਿਉਂਕਿ ਜੇ ਇੱਕ ਪ੍ਰਾਈਵੇਟ ਹਸਪੀਟਲ ਦੀ ਕਿਤੇ ਪੇਮੈਂਟ ਫਸ ਜਾਂਦੀ ਹੈ ਤਾਂ ਫਿਰ ਉਹਨਾਂ ਦਾ ਅੱਗੇ ਰਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਆਮ ਦੇਖ ਗਿਆ ਪਿਛਲੇ ਕਾਫੀ ਸਮੇਂ ਤੋਂ ਯੂਥ ਦੇ ਵਿੱਚ ਹਾਰਟ ਦੀ ਜ਼ਿਆਦਾ ਪ੍ਰੋਬਲਮ ਆ ਰਹੀ, ਵਿਦੇਸ਼ਾਂ ਵਿੱਚ ਵੀ ਤੇ ਇੱਥੇ ਵੀ ਆ ਰਹੀ, ਉਹ ਕੀ ਕਾਰਨ ਰਿਹਾ ਇਹਦਾ ਜਿਹੜੇ ਇਹ ਅੱਜ ਕੱਲ੍ਹ 20 ਸਾਲ ਦੀ ਉਮਰ ਦੇ 18 ਸਾਲ ਦੀ ਉਮਰ ਦੇ ਬੱਚੇ ਨੂੰ ਇਹ ਆ ਰਹੀ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਹਾਰਟ ਦੀ ਪ੍ਰੋਬਲਮ ਜਾਂ ਬ੍ਰੇਨ ਦੀ ਪ੍ਰੋਬਲਮ, ਇਹ ਜਾਂ ਕੋਈ ਵੀ ਬਿਮਾਰੀ, ਤੁਸੀਂ ਕੈਂਸਰ ਲੈ ਲਓ ਜਾਂ ਕੋਈ ਚੂਲਿਆਂ ਦੀ ਪ੍ਰੋਬਲਮ ਲੈ ਲਓ, ਗੋਡਿਆਂ ਦੀ ਪ੍ਰੋਬਲਮ ਲੈ ਲਓ, ਇਹ ਸਾਰੀਆਂ ਪ੍ਰੋਬਲਮ ਲਾਈਫ ਸਟਾਈਲ ਪ੍ਰੋਬਲਮਸ ਮੰਨੀਆਂ ਜਾਂਦੀਆਂ ਹਨ। ਜਿਹੜੇ ਜਿਸ ਤਰ੍ਹਾਂ ਦੇ ਲੋਕ ਜਿਹੜੇ ਯੋਗਾ ਕਰਦੇ ਸੀ, ਜਾਂ ਜਿੱਦਾਂ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜ਼ਿਆਦਾ ਐਕਸਰਸਾਈਜ਼ ਕਰਦੇ ਸੀ, ਨਿਤਨੇਮ ਸੀ, ਜ਼ਿਆਦਾ ਆਫਿਸ 'ਚ ਕੰਮ ਕਰਨ ਵੀ ਜਾਣਾ ਤਾਂ ਵੀ ਚੱਲਦੇ ਹੋਏ ਜਾਣਾ ਹੈ। ਹੁਣ ਹਰ ਚੀਜ਼ ਜਿਹੜੀ ਹੈ ਮਕੈਨੀਕਲ ਹੈ, ਹਰ ਚੀਜ਼ ਅਸੀਂ ਕਾਰ 'ਤੇ ਜਾ ਕੇ ਪੂਰੀ ਕਰ ਦਿੰਦੇ ਹਾਂ, ਹਰ ਚੀਜ਼ ਆਟੋਮੈਟਿਕ ਹੈ, ਬਟਨ ਦਬਾ ਕੇ ਕੰਮ ਹੋ ਜਾਂਦਾ ਹੈ। ਉਹ ਫਿਜ਼ੀਕਲ ਐਕਟੀਵਿਟੀ ਘੱਟ ਜਾਂਦੀ ਹੈ। ਖਾਣ ਪੀਣ ਦਾ ਜਿਹੜਾ ਸਾਡਾ ਸਟਾਈਲ, ਵੈਸਟਰਨਾਈਜੇਸ਼ਨ ਜ਼ਿਆਦਾ ਹੋ ਰਹੀ ਹੈ, ਬਰਗਰਸ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ, ਫਾਸਟ ਫੂਡ ਜਿਹੜਾ ਹੈ, ਜੰਕ ਫੂਡ ਹੈ, ਉਹਦੀ ਸੇਵਨ ਜ਼ਿਆਦਾ ਹੋ ਰਿਹਾ ਹੈ। ਔਰ ਮੈਂਟਲ ਟੈਨਸ਼ਨਸ ਦਾ ਬਹੁਤ ਵੱਡਾ ਰੋਲ ਹੈ ਮੇਰੇ ਹਿਸਾਬ ਨਾਲ, ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ, 20 ਸਾਲ ਦੇ ਬੱਚੇ ਨੂੰ ਵੀ ਆਪਣੀ ਕੈਰੀਅਰ ਦੇ ਪਿੱਛੇ ਜਾਂ ਜੋ ਵੀ ਕਹਿ ਲਓ, ਕਈ ਤਰ੍ਹਾਂ ਦੀਆਂ ਮਾਨਸਿਕ ਤਣਾਅ ਜਿਹੜੇ ਅਸੀਂ ਡਿਵੈਲਪ ਕੀਤੇ ਹੋਏ, ਅੱਜ ਤਰ੍ਹਾਂ ਦੀ ਜ਼ਿੰਦਗੀ ਦਾ ਸਟਾਈਲ ਹੀ ਇਸ ਤਰ੍ਹਾਂ ਦਾ ਹੋ ਗਿਆ। ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਆ ਤੇ ਉਹਦੇ ਲਈ ਫਸਟ ਏਡ ਕੀ ਹੈ, ਵੀ ਉਹ ਆਪ ਘਰੇਲੂ ਕੀ ਇੱਕਦਮ ਉਹਨੂੰ ਉਪਚਾਰ ਕਰ ਸਕਦਾ? ਜਦੋਂ ਹਾਰਟ ਅਟੈਕ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਥੋੜ੍ਹਾ ਸਾ ਰੈਸਟ ਮੋਡ ਦੇ ਵਿੱਚ ਚਲਾ ਜਾਣਾ ਚਾਹੀਦਾ ਹੈ ਮਰੀਜ਼ ਨੂੰ। ਦੂਸਰੀ ਗੱਲ, ਜਿਹੜੀਆਂ ਮੋਟੀਆਂ ਗੋਲੀਆਂ ਅਸੀਂ ਦੱਸਦੇ ਹਾਂ, ਡਿਸਪਰਿਨ ਦੀ ਗੋਲੀ ਹੁੰਦੀ ਹੈ, ਇੱਕ ਕਲੋਪੀਡੋਗਰਲ ਦੀ ਗੋਲੀ ਹੁੰਦੀ ਹੈ, ਉਹਦਾ ਸੇਵਨ ਕੀਤਾ ਜਾ ਸਕਦਾ ਹੈ। ਇੱਕ ਕਫਿੰਗ ਦੀ ਟੈਕਨੀਕ ਹੁੰਦੀ ਹੈ, ਜਿਵੇਂ ਖਾਂਸੀ ਕਰਦੇ ਆ, ਇਸ ਤਰ੍ਹਾਂ ਫਰੀਕੁਐਂਟਲੀ ਕਰਦਾ ਰਹੇ ਇਹਨੂੰ। ਇਸ ਦੇ ਤੌਰ 'ਤੇ ਦੇਖਿਆ ਜਾਂਦਾ ਜਦੋਂ ਹਾਰਟ ਦੀ ਗਤੀ ਇੱਕਦਮ ਵਿਗੜ ਜਾਵੇ ਤਾਂ ਉਹਨੂੰ ਰੋਕਣ 'ਚ ਮਦਦ ਕਰਦਾ ਹੈ, ਸਡਨ ਡੈਥ ਨੂੰ ਇਹ ਪ੍ਰੀਵੈਂਟ ਕਰਦਾ ਹੈ। ਅਤੇ ਇਮੀਡੀਏਟਲੀ ਜਿਹੜੀ ਹੈ ਫਸਟ ਏਡ ਤੁਹਾਨੂੰ ਡਾਕਟਰ ਨੂੰ ਰਸ਼ ਕਰਨਾ ਚਾਹੀਦਾ।